अजकल मैं कहना कि इत्थे काम कोई नहीं चल रहा, भाई रजब भट्ट का विआह ही चल रहा। गोल्ड का मोबाइल नाजरीन उत्ते भाई रजब भट्ट की फोटो भी बनी है। वीरे फोटो को बनाई है, जो तू फोटो ना बनाता तो मोबाइल गवाच जाना सी। वीरे पूरे 5 मुंदरियां ही दे देनी सी। अंगूठा हुण जे उंगली नाल लड़ पिया तो कौन जिम्मेदार आ? सुनिया तुहाडे विआह ते जिन्हां ढोल वजाया सी, सारी फैमिली कैनेडा निकल गई है कि पैसे ही इन्ने हो गए ने। इस तरह ਦੇ ਮਜ਼ਾਹੀਆ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਅੰਗੂਠਾ ਮਾਰਨਾ ਨਾ ਭੁੱਲਣਾ ताकि आने वाली वीडियोस दे तानू नोटिफिकेशन मिलते रहन। अस्सलाम वालेकुम, मैं नईम शौकी, तुसी वेख रहे हो फनकारियां। अच्छा, अज दी फनकारी ये वा कि शादी विआह बहुत जरूरी काम आ। ये बड़े लो लैवल ते भी हुंदा, बड़े वड्डे लैवल ते भी हुंदा। शादियां तुसी बड़ियां बड़ियां वेखियां होणगियां, मैं भी बहुत शादियां वेखियां। अच्छा, साडे जिहड़े इलाकिਆਂ 'ਚ शादियां हुंदियां वो भी तुसी देखियां। अज मैं एक ऐसी शादी विखावांगा तुहानू, ਵੇਖੀ ਤੁਸੀਂ ਵੀ ਇਹ ਨੇੜੇ ਹੋਵੋ ਲੇਕਿਨ ਤੁਹਾਨੂੰ ਮਜ਼ਾ ਆ ਜਾਏਗਾ। ਬੜੇ ਮਸ਼ਹੂਰ ਆਪਣੇ ਭਰਾ ਵਾ ਰਜਬ ਭੱਟ ਸਾਹਿਬ, ਉਹਨਾਂ ਦਾ ਵਿਆਹ ਵੇਖਿਆ ਮੈਂ ਕਹਿੰਦਾ ਮਜ਼ਾ ਆ ਗਿਆ। ਵੀਰੇ ਇੰਜ ਪੈਸੇ ਸੁੱਟੇ ਨੇ ਲੋਕਾਂ ਨੇ। ਭਾਈ ਰਜਬ ਪੈਸੇ ਜਾਲੀ ਤੇ ਨਹੀਂ ਸੀ ਹੈਗੇ, ਲੋਕਾਂ ਇੰਨੇ ਸੁੱਟ ਦਿੱਤੇ ਨੇ ਫੜ ਕੇ। ਵੀਰੇ ਇੰਜ ਪੈਸੇ ਮੈਂ ਉੱਡਦੇ ਵੇਖੇ ਨੇ ਕਿ ਮੈਂ ਮਾੜਿਆਂ ਘਰਾਂ ਦੇ ਵਿੱਚ ਇੰਜ ਕੱਪੜੇ ਉੱਡਦੇ ਨਹੀਂ ਵੇਖੇ ਜਿੱਦਾਂ ਪੈਸੇ ਉੱਡਦੇ ਦੇਖੇ ਨੇ। ਬੜੀ ਗੱਲ ਆ ਭਾਈ ਰਜਬ ਭੱਟ, ਬਹੁਤ ਬਹੁਤ ਤੈਨੂੰ ਮੁਬਾਰਕ ਹੋਵੇ ਯਾਰ। ਸਾਡੀਆਂ ਤੇ ਦੁਆਵਾਂ ਭਾਈ ਤੇਰੇ ਨਾਲ ਆ। ਤੇ ਸ਼ਰੀਕਾ ਵਿਆਹਾਂ 'ਚ ਫਿਰ ਕੋਈ ਨਾ ਕੋਈ ਗੱਲ ਤਾਂ ਵੀਰੇ ਹੋ ਹੀ ਜਾਂਦੀ ਆ। ਸੋਸ਼ਲ ਮੀਡੀਆ 'ਤੇ ਵਿਆਹ ਤੁਹਾਡਾ ਇੰਜ ਵਿਖਾਇਆ ਗਿਆ ਜਿਵੇਂ ਮਾੜਿਆਂ ਘਰਾਂ 'ਚ ਵਰੀ ਨਹੀਂ ਵਿਖਾਈ ਜਾਂਦੀ ਕਿ ਭਾਈ ਨਾ ਇਹ ਦੇਖੋ ਇਹ ਹੈਗੀ ਜੇ। ਹਰ ਜਿਹੜਾ ਵੀ ਚੈਨਲ ਖੋਲ੍ਹੋ ਉੱਤੇ ਭਾਈ ਰਜਬ ਭੱਟ ਦਾ ਵਿਆਹ ਹੀ ਚੱਲ ਰਿਹਾ। ਅੱਜ ਕੱਲ੍ਹ ਮੈਂ ਕਹਿੰਦਾ ਕਿ ਇੱਥੇ ਕੰਮ ਕੋਈ ਨਹੀਂ ਚੱਲ ਰਿਹਾ, ਭਾਈ ਰਜਬ ਭੱਟ ਦਾ ਵਿਆਹ ਹੀ ਚੱਲ ਰਿਹਾ। ਅਤੇ ਭਾਜੀ ਤੁਹਾਡੀ ਸ਼ਾਦੀ 'ਤੇ ਮੈਂ ਦੇਖਿਆ ਕਿ ਲੋਕਾਂ ਨੇ ਬੜਾ ਤੁਹਾਡੇ ਨਾਲ ਮੁਹੱਬਤ ਕੀਤੀ, ਬਹੁਤ ਪਿਆਰ ਕੀਤਾ। ਮੈਂ ਕਹਿੰਦਾ ਲੋਕਾਂ ਇੰਜ ਪੈਸੇ ਸੁੱਟੇ ਆ ਭਾਜੀ ਤੁਹਾਡੇ ਵਿਆਹ 'ਤੇ, ਜਿਹੜੇ ਲੋਕਾਂ ਨੇ ਪੈਸੇ ਲੁੱਟੇ ਆ ਨਾ ਉਹਨਾਂ ਕਲੋਨੀਆਂ 'ਚ ਘਰ ਬਣਾ ਲਏ ਆ। ਨਿੱਕੇ ਨਿੱਕੇ ਬੱਚੇ ਕਹਿੰਦੇ ਨੇ, ਇੱਕ ਛੋਟਾ ਜਿਹਾ ਬੱਚਾ ਮਿਲਿਆ ਤਾਂ ਨਵੀਂ ਕਾਰ ਦੀ ਚਾਬੀ ਲੈ ਕੇ ਫਿਰ ਰਿਹਾ। ਮੈਂ ਕਿਹਾ ਖੈਰ? ਕਹਿੰਦਾ ਭਾਈ ਰਜਬ ਭੱਟ ਦੀ ਜੰਜ ਲੁੱਟੀ ਹੈ। ਭਾਜੀ ਤੁਹਾਡੀ ਜੰਜ 'ਤੇ ਲੋਕਾਂ ਨੇ ਇੰਜ ਪੈਸੇ ਇਕੱਠੇ ਕੀਤੇ ਨੇ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਲੱਗਦਾ ਸੀ ਜਿਵੇਂ ਸਾਰੇ ਬੈਂਕ ਖਾਲੀ ਹੋ ਗਏ ਨੇ। ਜਿਹਦੇ ਕੋਲ ਬੈਂਕ ਜਾ ਕੇ ਬੰਦਾ ਕਹਿੰਦਾ ਭਾਈ ਪੈਸੇ ਹੈਗੇ ਨੇ, ਔਰ ਨਹੀਂ ਯਾਰ ਉਹ ਤਾਂ ਉਹਨਾਂ ਨੇ ਰਜਬ ਭੱਟ ਦੀ ਸ਼ਾਦੀ 'ਤੇ ਸੁੱਟ ਦਿੱਤੇ ਨੇ। ਮੈਂ ਕਹਿੰਦਾ ਕਿ ਕਮਾਲ ਵਿਆਹ, ਮਜ਼ਾ ਆ ਗਿਆ ਭਾਜੀ ਤੁਹਾਡੇ ਸ਼ਾਦੀ ਦਾ। ਵਿਆਹ ਹੋਵੇ ਤਾਂ ਇੱਦਾਂ ਦਾ। ਅੱਛਾ ਨਿਉਂਦਰਾ ਨਾਜ਼ਰੀਨ, ਮੇਰੀ ਵੀ ਸ਼ਾਦੀ ਹੋਈ ਆ। ਅਕਸਰ ਸਾਡੇ 'ਚ ਤਾਂ ਇਹ ਹੁੰਦਾ ਨਾ ਕਿ ਯਾਰ 2000 ਰੁਪਈਆ ਸਲਾਮੀ ਦਿੱਤੀ ਹੈ ਅਤੇ ਬੰਦਾ ਨੁੱਕਰੇ ਗਿਣ ਰਿਹਾ ਹੁੰਦਾ, ਇਹ 1500 ਕੋ ਦੇ ਕੇ ਗਿਆ, 500 ਘੱਟ ਆ। ਅਕਸਰ ਹੁੰਦਾ ਕਿ ਭਾਜੀ ਸਲਾਮੀ ਕੀ ਆ ਯਾਰ, ਇੱਕ ਜੈਂਟਸ ਸੂਟ ਹੀ ਦੇ ਕੇ ਨਿਕਲ ਗਏ ਨੇ। ਵੀਰੇ ਅਸੀਂ ਤਾਂ ਨਾਲ ਲੇਡੀਜ਼ ਵੀ ਦਿੱਤਾ ਸੀ। ਮੈਂ ਕਹਿੰਦਾ ਭਾਈ ਰਜਬ ਭੱਟ ਕਮਾਲ ਨਹੀਂ ਹੋ ਗਿਆ। ਗੋਲਡ ਦਾ ਮੋਬਾਈਲ ਨਾਜ਼ਰੀਨ ਉੱਤੇ ਭਾਈ ਰਜਬ ਭੱਟ ਦੀ ਫੋਟੋ ਵੀ ਬਣੀ ਹੈ। ਵੀਰੇ ਫੋਟੋ ਕੋ ਬਣਾਈ ਆ, ਜੇ ਤੂੰ ਫੋਟੋ ਨਾ ਬਣਾਉਂਦਾ ਤਾਂ ਮੋਬਾਈਲ ਗਵਾਚ ਜਾਣਾ ਸੀ। ਬੜੀ ਗੱਲ ਆ। ਗੋਲਡ ਦੇ ਇਹ ਸੁਣਿਆ ਸੀ ਕਾਂਟੇ ਬਣਦੇ ਆ, ਪਹਿਲੀ ਵਾਰੀ ਵੇਖਿਆ। ਭਾਈ ਰਜਬ ਭੱਟ ਦੀ ਫੋਟੋ ਵੀ ਬਣੀ ਆ। ਅੱਛਾ ਭਾਈ ਰਜਬ ਭੱਟ, ਮੈਂ ਇੱਕ ਹੋਰ ਪੁੱਛਣਾ ਸੀ ਤੇਰੇ ਕੋਲ। ਗੋਲਡ ਦਾ ਮੋਬਾਈਲ, ਬੜੀ ਗੱਲ ਆ। ਅਸੀਂ ਆਪਣੇ ਕਿਸੇ ਯਾਰ ਦੋਸਤ ਨੂੰ ਕਹੀਏ ਨਾ ਯਾਰ ਮੋਬਾਈਲ ਲੈ ਦੇ, ਉਹ ਭੋਲਾ ਜਿਹਾ ਮੂੰਹ ਬਣਾ ਕੇ ਵੀਰੇ ਕਿਸ਼ਤਾਂ 'ਤੇ ਲੈ ਲਾ, ਏਡਾ ਰਿਸਕ ਮੈਂ ਨਹੀਂ ਲੈ ਸਕਦਾ। ਮੈਂ ਆਪਣੀ ਸ਼ਾਦੀ 'ਤੇ ਇੱਕ ਆਪਣੇ ਦੋਸਤ ਨੂੰ ਕਿਹਾ, ਮੈਂ ਕਿਹਾ ਵੀਰੇ ਤੂੰ ਮੈਨੂੰ ਗਿਫਟ ਦੇਣਾ ਬੜਾ ਮਹਿੰਗਾ। ਉਹ ਕਹਿੰਦਾ ਮੇਰੇ ਤੋਂ 6000 ਤੋਂ ਉੱਤੇ ਉਮੀਦ ਨਾ ਰੱਖੀ। ਤਾਂ ਬੜੀ ਗੱਲ ਆ ਵੀਰੇ, ਗੋਲਡ ਦਾ ਮੋਬਾਈਲ। ਇਹਦਾ ਨਾਜ਼ਰੀਨ ਜਿਹੜਾ ਗੋਲਡ ਦਾ ਮੋਬਾਈਲ ਆ ਇਹਦਾ ਫਾਇਦਾ ਕੀ ਆ? ਇਹਦਾ ਜਿਹੜਾ ਆਪਣਾ ਨੈੱਟ ਪੈਕੇਜ ਆ ਉਹ ਚਾਂਦੀ ਦਾ ਹੁੰਦਾ, ਜਾਂ ਜਿਹੜਾ ਗੋਲਡ ਦਾ ਜੋ ਮੋਬਾਈਲ ਆ ਉੱਤੇ ਜਿਹੜੇ ਵਿਊਜ਼ ਆਉਂਦੇ ਨੇ ਉਹ ਵੀ ਮੇਰਾ ਖਿਆਲ ਹੀਰੇ ਦੇ ਆਉਂਦੇ ਹੋਣਗੇ। ਬੜੀ ਗੱਲ ਆ। ਔਰ ਹੋਰ ਤਾਂ ਹੋਰ ਇੱਕ ਹੋਰ ਗੱਲ ਸੁਣੀ ਆ ਕਿ ਇੱਕ ਹੋਰ ਤੁਹਾਨੂੰ ਗਿਫਟ ਮਿਲਿਆ। ਮੈਨੂੰ ਤਾਂ ਇਹ ਵੀ ਪਤਾ ਲੱਗਿਆ ਤੁਹਾਨੂੰ ਉਹ ਵੀ ਗਿਫਟ ਮਿਲਿਆ ਠਾ ਠਾ। ਬੜੀ ਗੱਲ ਆ ਵੀਰੇ। ਵਿਆਹ ਜਿਹੜਾ ਤੁਹਾਡਾ ਦੁਸ਼ਮਣਦਾਰੀ 'ਚ ਹੋ ਰਿਹਾ ਸੀ, ਕਿੱਦਾਂ ਦੇ ਗਿਫਟ ਦੇ ਰਹੇ ਆ? ਜਾਂ ਤੁਹਾਡੀ ਜੰਜ ਜਿੱਧਰੋਂ ਲੰਘਣੀ ਸੀ, ਇਲਾਕਾ ਹਸਾਸ ਸੀ। ਵੀਰੇ ਕਿਹੜੇ ਗਿਫਟ ਆ? ਇਹ ਪਹਿਲੀ ਵਾਰੀ ਗਿਫਟ ਸੁਣਿਆ। ਉਹ ਯਾਰ ਉਹ ਗਿਫਟ ਦਾ ਨਿਸ਼ਾਨਾ ਲਾਇਆ, ਮਜ਼ਾ ਹੀ ਆ ਗਿਆ। ਹੋਰ ਤਾਂ ਹੋਰ ਨਾਜ਼ਰੀਨ, ਤੁਸੀਂ ਬੜਾ ਬੜਾ ਬੁੱਕਾ ਸੁਣਿਆ ਹੋਏਗਾ ਗੁਲਾਬ ਦੇ ਫੁੱਲਾਂ ਦਾ, ਚੰਬੇਲੀ ਦੇ ਫੁੱਲਾਂ ਦਾ। ਆ ਜ਼ਿੰਦਗੀ 'ਚ ਪਹਿਲੀ ਵਾਰੀ ਮੈਂ ਬੁੱਕਾ ਸੁਣਿਆ ਜਿਹਦੇ ਵਿੱਚ ਨੋਟ ਲੱਗੇ। ਇਸ ਤਰ੍ਹਾਂ ਦਾ ਗੁਲਦਸਤਾ ਹੋਵੇ ਨਾ ਤੇ ਬੰਦਾ ਬੱਚਿਆਂ ਨੂੰ ਕਹਿੰਦਾ ਵੀਰੇ ਭਿਓਈ ਨਾ, ਨੋਟ ਜ਼ਾਇਆ ਹੋ ਜਾਣੇ। ਇਹ ਪਹਿਲਾ ਭਾਜੀ ਗੁਲਦਸਤਾ ਜਿਹੜਾ ਡਰਾਇੰਗ ਰੂਮ 'ਚ ਨਹੀਂ ਰੱਖੀਦਾ, ਬੈਂਕ 'ਚ ਜਮ੍ਹਾਂ ਕਰਾਈਦਾ ਕਿ ਮੇਰਾ ਚੋਰੀ ਨਾ ਹੋ ਜੇ। ਆਮ ਫੁੱਲਾਂ ਦਾ ਗੁਲਦਸਤਾ ਤੇ ਕਾਰ ਦੇ ਪਿੱਛੇ ਵੀ ਪਿਆ ਹੋਵੇ ਨਾ ਤੇ ਬੰਦਾ ਈਜ਼ੀ ਹੁੰਦਾ, ਉਹ ਯਾਰ ਕੋਈ ਗੱਲ ਨਹੀਂ ਗੁਲਦਸਤਾ ਹੈਗਾ। ਵੀਰੇ ਪਹਿਲਾ ਗੁਲਦਸਤਾ ਬੰਦੇ ਨੂੰ ਬੀਵੀ ਤੋਂ ਜ਼ਿਆਦਾ ਗੁਲਦਸਤੇ ਦੀ ਪਈ ਹੁੰਦੀ। ਉਹ ਇੱਥੇ ਮੇਰਾ ਬੁੱਕਾ ਪਿਆ ਸੀ, ਕੌਣ ਲੈ ਕੇ ਆ? ਨੋਟ ਹੀ ਵੀਰੇ ਉਹ 'ਚ ਏਡੇ ਲੱਗੇ ਆ। ਇਹ ਭਾਜੀ ਪਹਿਲਾ ਬੁੱਕਾ ਗੁਲਦਸਤਾ ਹੈ ਕਿ ਚੋਰ ਵੇਖ ਰਹੇ ਹੁੰਦੇ ਨੇ ਕਿ ਪਰੇ ਉਰੇ ਹੋਵੇ ਯਾਰ ਇਹ ਤਾਂ ਚੁੱਕੀ ਹੈ ਪਹਿਲੇ। ਬੜੀ ਗੱਲ ਆ ਵੀਰੇ। ਹੋਰ ਤਾਂ ਹੋਰ ਮੈਨੂੰ ਇਹ ਵੀ ਪਤਾ ਲੱਗਾ ਕਿ ਭਾਜੀ ਹੁਣਾਂ ਨੂੰ ਜਿਹੜੇ ਗੁਲਦਸਤੇ ਮਿਲੇ ਨੇ ਭਾਈ ਰਜਬ ਭੱਟ ਨੂੰ, ਉਹ 'ਚ ਡਾਲਰ ਵੀ ਲੱਗੇ ਸਨ। ਤੁਸੀਂ ਉਹਨਾਂ ਨੂੰ ਇਹ ਵੀ ਕਹਿ ਸਕਦੇ ਹੋ ਯਾਰ ਬਾਹਰ ਦੀ ਕੰਟਰੀ ਦਾ ਗੁਲਦਸਤਾ ਹੈ। ਕਿਸੇ ਵੀ ਆਪਣੇ ਬੱਚੇ ਨੂੰ ਕਹਿ ਸਕਦੇ ਪੁੱਤਰੇ ਗੁਲਦਸਤਾ ਫੜ ਤੇ ਮਾਲ ਤੋਂ ਜਾ ਕੇ ਖੁੱਲ੍ਹਾ ਕਰਾ ਕੇ ਲਿਆ। ਪੁੱਤਰੇ ਗੁਲਦਸਤਾ ਫੜ ਤੇ ਉਹਨਾਂ ਨੂੰ ਪੁੱਛੀ ਕਿ ਇੱਕ ਫੁੱਲ ਦੇ ਹਿਸਾਬ ਨਾਲ ਸਾਡੀ ਕਰੰਸੀ ਕਿੰਨੀ ਬਣਦੀ ਹੈ।
ਲਓ ਇਹ ਤਾਂ ਤੁਸੀਂ ਸੁਣਿਆ ਹੋਣਾ, ਜਵਾਈ ਨੂੰ ਮੁੰਦਰੀ ਪਈ, ਜਵਾਈ ਦੇ ਪਿਓ ਨੂੰ ਮੁੰਦਰੀ ਪਈ। ਮੈਂ ਕਹਿੰਦਾ ਭਾਈ ਰਜਬ ਬੱਟ ਕਮਾਲ ਨਹੀਂ ਹੋ ਗਈ। ਗਿਫਟ ਆਇਆ ਜੀ 4 ਮੁੰਦਰੀਆਂ। ਵੀਰੇ ਪੂਰੇ 5 ਮੁੰਦਰੀਆਂ ਹੀ ਦੇ ਦੇਣੀਆਂ ਸੀ। ਅੰਗੂਠਾ ਹੁਣ ਜੇ ਉਂਗਲੀਆਂ ਨਾਲ ਲੜ ਪਿਆ ਤੇ ਕੌਣ ਜ਼ਿੰਮੇਦਾਰ ਆ? ਮੈਂ ਕਹਿੰਦਾ 4-4 ਮੁੰਦਰੀਆਂ। ਭਾਈ ਰਜਬ ਬੱਟ ਪਾਰਟ ਟਾਈਮ ਘੜਾ ਵਜਾਉਂਦੇ ਹੋ ਵੀਰੇ, ਇੰਨੀਆਂ ਸਾਰੀਆਂ ਮਸਲ ਮੁੰਦਰੀਆਂ ਕਿਉਂ ਨਾ? ਜਾਂ ਤੁਹਾਡਾ ਕਲਾਂਟ ਦਾ ਕੰਮ ਆ ਕਿ ਮੁੰਦਰੀਆਂ ਨਜ਼ਰ ਆਉਣੀਆਂ ਚਾਹੀਦੀਆਂ ਨੇ? ਕੀ ਮਸਲਾ ਭਾਜੀ? ਅੱਛਾ ਤੁਸੀਂ ਬੜੀਆਂ ਸਲਾਮੀਆਂ, ਆ ਮੇਰੇ ਵਿਆਹ ਤੇ ਵੀ ਮੈਨੂੰ ਸਲਾਮੀਆਂ ਪਈਆਂ ਨੇ। ਉਹ 1.5 ਘੰਟਾ ਲਾ ਕੇ ਸਲਾਮੀਆਂ ਗਿਣੀਆਂ ਤੇ ਪਤਾ ਲੱਗਾ 7300 ਰੁਪਏ। ਉਹ ਮੇਰਾ ਇੱਕ ਯਾਰ ਆ ਤੈਮੂਰ ਭੱਟੀ, ਉਹ ਮੇਰੇ ਵਿਆਹ ਤੇ ਨਾ ਕਾਰ ਲੈ ਆਇਆ ਸੀ ਚਲਾਉਣ ਵਾਸਤੇ। ਉਹ ਮੇਰਾ ਚਾਚਾ ਸਲਾਮੀਆਂ ਲਿਖ ਰਿਹਾ, ਕਹਿੰਦਾ ਪੁੱਤਰ ਤੂੰ ਸਲਾਮੀ ਨਹੀਂ ਦਿੱਤੀ, ਕਹਿੰਦਾ ਅੰਕਲ ਮੇਰੇ ਲੋ ਗੱਡੀ ਬਣਾ ਲਓ। ਬੜੀ ਗੱਲ ਆ ਭਾਈ ਰਜਬ ਬੱਟ, 3 ਲੱਖ ਰੁਪਈਆ ਸਲਾਮੀ। ਜਿਹੜਾ ਬੰਦਾ ਸਲਾਮੀਆਂ ਲਿਖਣ ਡਿਆ ਸੀ ਉਹਦੇ ਕੋਲ 2 ਗਨਮੈਨ ਖਲੋਤੇ ਸੀ ਕਿ ਪੈਸੇ ਇੱਧਰ ਉੱਧਰ ਨਾ ਹੋ ਜਾਣ। ਲੱਖ ਰੁਪਇਆ ਸਲਾਮੀ, 2 ਲੱਖ ਰੁਪਇਆ ਸਲਾਮੀ। ਅਸੀਂ ਅਕਸਰ ਕਿਸੇ ਨੂੰ ਪੁੱਛੀਏ ਨਾ, ਵੀਰੇ ਵਲੀਮਾ ਹੋ ਗਿਆ ਤੂੰ ਸਲਾਮੀ ਨਹੀਂ ਦਿੱਤੀ, ਉਹ ਕਹਿੰਦਾ ਵਾਲੇਕੁਮ ਸਲਾਮੀ। ਯਾਰ ਰਜਬ ਬੱਟ ਭਾਈ ਬੜੀ ਗੱਲ ਆ। ਲੇਕਿਨ ਸ਼ਰੀਕਾ ਵੇਖੋ ਨਾ, ਵਿੱਚ ਹੋਰ ਗੱਲਾਂ ਵੀ ਹੋਈਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ। ਮੈਂ ਕਹਿੰਦਾ ਕਮਾਲ ਦਾ ਵਿਆਹ। ਤੁਹਾਡੇ ਵਿਆਹ ਤੇ ਸੁਣਿਆ ਵਾਜੇ ਵਾਲਿਆਂ ਕੰਮ ਛੱਡ ਦਿੱਤਾ, ਕਿ ਇਸ ਤੋਂ ਵੱਡੀ ਜੰਜ ਹੁਣ ਅਸੀਂ ਵਜਾ ਹੀ ਨਹੀਂ ਸਕਦੇ। ਸੁਣਿਆ ਤੁਹਾਡੇ ਵਿਆਹ ਤੇ ਜਿੰਨਾ ਢੋਲ ਵਜਾਇਆ ਸੀ ਉਹ ਸਾਰੀ ਫੈਮਿਲੀ ਕੈਨੇਡਾ ਨਿਕਲ ਗਈ ਹੈ ਕਿ ਪੈਸੇ ਹੀ ਇੰਨੇ ਹੋ ਗਏ ਨੇ। ਮੈਂ ਕਹਿੰਦਾ ਭਾਈ ਰਜਬ ਬੜੀ ਗੱਲ ਆ। ਸੁਣਿਆ ਤੁਹਾਡੇ ਵਿਆਹ ਤੇ ਜਿਹੜਾ ਨਾਈ ਸੀ ਉਹ ਆਪਣੇ ਬੱਚਿਆਂ ਨੂੰ ਕਹਿਣ ਲੱਗ ਪਿਆ ਕਿ ਬਸ ਪੁੱਤਰ ਮੈਂ ਹੁਣ ਬਾਹਰਲੇ ਮੁਲਕ ਜਾ ਰਿਹਾ, ਮੇਰੇ ਕੋਲ ਬਹੁਤ ਪੈਸਾ ਆ ਗਿਆ। ਅੰਨੇ ਵਾਹ ਮਾਸ਼ਾਅੱਲਾ ਪੈਸਾ ਚੱਲਿਆ। ਬੜੀ ਗੱਲ ਆ ਜੀ, ਇੰਨਾ ਵਿਆਹ। ਬੜੀ ਦੂਰੋਂ ਤੁਹਾਡੇ ਫੈਨ ਆਏ ਨੇ। ਮੈਂ ਦੇਖ ਰਿਹਾ ਤਾਂ UK ਤੋਂ ਬੰਦੇ ਤੁਹਾਡਾ ਵਿਆਹ ਵੇਖਣ ਆਏ ਨੇ, ਨਹੀਂ ਤੇ ਏਡੀ ਦੂਰੋਂ ਲੋਕ ਟ੍ਰੈਜੇਡੀ ਵੇਖਣ ਆਉਂਦੇ ਨੇ ਕਿ ਓਏ ਹੋਏ ਹੋਇਆ ਕਿਸ ਤਰ੍ਹਾਂ ਹੋ ਗਈ ਯਾਰ। ਲੇਕਿਨ ਮਾਸ਼ਾਅੱਲਾ ਮੁਬਾਰਕਾਂ ਤੁਹਾਨੂੰ, ਬਹੁਤ ਅੱਛੀ ਗੱਲ ਆ। ਮੈਨੂੰ ਪਤਾ ਲੱਗਾ ਤੁਹਾਡੇ ਵਿਆਹ ਤੇ ਜਿਹੜੇ ਭੰਡ ਆਏ ਸਨ ਉਹਨਾਂ ਥੱਲੇ ਵੀ 1.5 ਕਰੋੜ ਦੀ ਗੱਡੀ ਸੀ। ਮਾਸ਼ਾਅੱਲਾ ਵਾਹ ਜੀ ਵਾਹ। ਅੱਛਾ ਅਸੀਂ ਤੇ ਅਕਸਰ ਆਪਣੀ ਬੁੱਢੀ ਦੇ ਮੱਥੇ ਲਾ ਕੇ ਖੁਸ਼ ਹੋ ਜਾਂਦੇ ਨਾ, ਯਾਰ ਸਾਡੀ ਬੇਗਮ ਕਿੱਡੀ ਸੋਹਣੀ ਹੈ। ਭਾਈ ਰਜਬ ਬੱਟ ਨੇ ਤੇ ਭਾਬੀ ਦੇ ਮੱਥੇ ਨਾਲ ਲਾ ਕੇ ਪੂਰੀ ਕਾਪੀ ਸੁੱਟੀ ਹੈ। ਭਾਜੀ ਨਾ ਇਸ ਤਰ੍ਹਾਂ ਕਰੋ, ਆਉਂਦਿਆਂ ਹੀ ਇੰਨਾ ਪ੍ਰੋਟੋਕੋਲ ਨਾ ਦਿਓ। ਜਦੋਂ ਭਾਬੀ ਨੇ ਤੁਹਾਨੂੰ 1-2 ਸੁੱਟੀਆਂ ਨਾ ਕਿ ਹੁਣ ਕਾਪੀ ਕਿੱਧਰ ਗਈ ਹੈ ਤੇ ਫੇਰ ਕੀ ਕਰੋਗੇ? ਇੰਨੀਆਂ ਕਾਪੀਆਂ ਤੁਸੀਂ ਇੱਕਦਮ ਸੁੱਟਦੀਆਂ ਨੇ। ਮੈਂ ਕਹਿੰਦਾ ਹਾਲਾਤ ਮਾੜੇ ਨਾ ਆ ਜਾਣ, ਮੁੜ ਕੇ ਬੱਚਿਆਂ ਦੀਆਂ ਕਾਪੀਆਂ ਨਾਲ ਲਿਆਂਦੀਆਂ ਜਾਣ, ਫਿਰ ਜੀ ਉਰਦੂ ਦੀਆਂ ਕਾਪੀਆਂ ਲੱਭਦੇ ਫਿਰੋਗੇ। ਮੈਂ ਫਿਰ ਇੱਕ ਹੋਰ ਭਾਈ ਰਜਬ ਬੱਟ, ਕਿਆ ਬਾਤ ਆ। ਥੋੜੇ ਸਵੇਰੇ ਮੈਂ ਉਹਨਾਂ ਦਾ ਇੱਕ ਵੀਡੀਓ ਵੇਖ ਰਿਹਾ ਸਾਂ, ਉਹ ਇੰਜ ਕਰਕੇ ਆਪਣੇ ਘਰ 'ਚ ਫਿਰ ਰਹੇ ਨੇ। ਉਹ ਆਪਣੇ ਘਰ 'ਚ ਤਾਂ ਵੀਰੇ ਇੰਜ ਫਿਰਦੇ ਨੇ ਜਿਵੇਂ ਗਿੱਲੇ ਪਿੰਡੇ 'ਚ ਤੌਲੀਆ ਨਹੀਂ ਫਿਰਦਾ। ਉੱਥੇ ਵੇਖ ਕੇ ਕਹਿੰਦੇ ਨੇ ਓਏ ਡਾਲਰ ਪਿਆ। ਯੂਟਿਊਬਰ ਦਾ ਘਰ ਆ ਭਾਜੀ, ਡਾਲਰ ਤਾਂ ਪਏ ਹੀ ਹੋਣੇ ਨੇ। ਵੀਰੇ ਪਏ ਨਹੀਂ ਹੋਣੇ, ਕਿਸੇ ਨੇ ਲਿਆਂਦੇ ਆ ਤੇ ਪਏ ਹੋਣੇ ਆ। ਔਰ ਨਾਜ਼ਰੀਨ ਤੁਸੀਂ ਬੜਾ ਵੇਖਿਆ ਹੋਣਾ ਕਿ ਸਾਡਿਆਂ ਘਰਾਂ 'ਚ ਤੇ ਅਕਸਰ 2 ਨੰਬਰ ਘੜੀ ਜਵਾਈ ਨੂੰ ਪਾਉਂਦੇ ਨੇ ਨਾ। ਵਿਚਾਰਾ ਜਵਾਈ ਮੂੰਹ ਧੋਂਦਾ ਤੇ ਸਾਰਾ ਰੰਗ ਲੱਗ ਜਾਂਦਾ। ਉਹ ਸਹੁਰੇ ਨੂੰ ਬਦਦੁਆਵਾਂ ਦੇਣ ਲੈਂਦਾ, ਓਏ ਆ ਕੀ ਦਿੱਤੀ ਜੇ ਮੈਨੂੰ ਘੜੀ। ਜਾਂ ਅਕਸਰ ਤੁਸੀਂ ਉਹ ਘੜੀ ਸੁਣੀ ਹੋਣੀ ਜਿਹੜਾ ਮਾਈਆਂ ਨਹੀਂ ਕਹਿੰਦੀਆਂ ਵੇ ਪੁੱਤਰ ਤੈਨੂੰ 2.5 ਘੜੀਆਂ ਦੀ ਆ ਜੇ। ਫਿਰ ਤੁਸੀਂ ਉਹ ਵੀ ਘੜੀ ਸੁਣੀ ਹੋਏਗੀ, ਓ ਯਾਰ ਕੋਈ ਚੰਗੀ ਘੜੀ ਦੀ ਦੁਆ ਕਰੋ। ਮੈਂ ਕਹਿੰਦਾ ਭਾਈ ਰਜਬ ਬੱਟ ਸ਼ਹਿਜ਼ਾਦਾ ਹੈ ਤੂੰ। ਭਾਈ ਰਜਬ ਬੱਟ ਨੂੰ ਸੋਨੇ ਦੀ ਘੜੀ ਪਈ ਹੈ। ਵਾਹ, ਮੈਂ ਕਹਿੰਦਾ ਬੜੀ ਗੱਲ ਆ। ਔਰ ਹੋਰ ਇੱਕ ਮੈਂ ਨਵੀਂ ਗੱਲ ਸੁਣੀ ਹੈ, ਸੁਣਿਆ ਭਾਜੀ ਤੁਹਾਨੂੰ ਸ਼ੇਰ ਗਿਫਟ ਵੀ ਹੋਇਆ। ਭਾਜੀ ਸ਼ੇਰ ਦੀ ਸਲਾਮੀ ਕਿਉਂ ਦਿੱਤੀ? ਵਿਆਹ ਚਿੜੀਆ ਘਰ ਹੋ ਰਿਹਾ ਸੀ, ਬਸ ਸ਼ੇਰ ਦੀ ਸਲਾਮੀ ਕਿਉਂ ਦਿੱਤੀ ਹੈ? ਖਾਲੀ ਕੱਚਾ ਕੀਮਾ ਦੇ ਰਹੇ ਸੋ ਮਹਿਮਾਨਾਂ ਨੂੰ। ਔਰ ਵੇਖ ਲਓ ਸ਼ਰੀਕਾ, ਇਹ ਤੇ ਵੇਖੋ ਤੁਸੀਂ, ਕੰਮ ਸਹੀ ਵੀ ਆਪਣੇ ਬੰਦੇ ਕਰਦੇ ਆ ਤੇ ਖਰਾਬ ਵੀ ਆਪਣੇ ਬੰਦੇ ਹੀ ਕਰਦੇ ਆ। ਸੁਣਿਆ ਜਦੋਂ ਭਾਈ ਰਜਬ ਬੱਟ ਦੀ ਬਰਾਤ ਜਾਣ ਲੱਗੀ, ਜਦੋਂ ਦਰਵਾਜ਼ੇ 'ਚੋਂ ਬਾਹਰ ਨਿਕਲੇ ਤੇ ਬਾਹਰ ਫੈਨਾਂ ਦੀ ਲਾਈਨ ਲੱਗੀ ਹੋਈ ਸੀ। ਬੜੀ ਗੱਲ ਆ ਜੀ। ਮੈਂ ਕਹਿੰਦਾ ਸ਼ਹਿਜ਼ਾਦੇ ਹੋ ਤੁਸੀਂ, ਸੁਪਰਸਟਾਰ ਹੋ ਸਾਡੇ, ਵਧੀਆ। ਲੱਖ ਮੁਬਾਰਕਾਂ ਹੋਣ ਜੀ ਤੁਹਾਨੂੰ। ਤੇ ਭਾਜੀ ਜਿਹੜਾ ਸ਼ੇਰ ਦਾ ਸੁਣਿਆ ਕਿ ਤੁਹਾਡੇ ਨਾਂ ਲਾਇਸੈਂਸ ਨਹੀਂ ਸੀ ਹੈਗਾ, ਸ਼ੇਰ ਦਾ ਲਾਇਸੈਂਸ ਵੀ ਹੁੰਦਾ? ਮੈਨੂੰ ਤੇ ਅੱਜ ਦੱਸਿਆ ਮੇਰੇ ਭਾਈ ਆਡੀਟਰ ਨੇ। ਬੜੀ ਗੱਲ ਆ ਭਾਈ ਜਨ। ਸ਼ੇਰ ਜਦੋਂ ਵੀ ਲਾਓ ਪਹਿਲੇ ਹਲਕਾ ਜਿਹਾ ਚਲਾਓ ਤੇ ਲਰਨਿੰਗ ਬਣਾਓ, ਜਦੋਂ ਸ਼ੇਰ ਥੋੜਾ ਜਿਹਾ ਵੱਡਾ ਹੋ ਜੇ ਫਿਰ ਪੱਕਾ ਲਾਇਸੈਂਸ ਬਣਾਓ। ਬਲਕਿ ਹੋਰ ਵੀ ਪਰੇਸ਼ਾਨੀ ਆ ਰਹੀਆਂ ਕਿ ਤੁਹਾਡੇ ਕੋਲ ਅਗਰ ਸ਼ੇਰ ਹੋਵੇ ਤੇ ਤੁਸੀਂ ਹੈਲਮਟ ਵੀ ਪਾ ਕੇ ਸ਼ੇਰ ਦੇ ਕੋਲ ਜਾਣਾ। ਹੋਰ ਵੀ ਮਸਲੇ ਮਸਾਇਲ, ਅਗਰ ਤੁਸੀਂ ਸ਼ੇਰ ਤੁਹਾਡੇ ਕੋਲ ਹੋਵੇ ਤੇ ਤੁਸੀਂ ਸ਼ੇਰ ਲੈ ਕੇ ਇਸ਼ਾਰਾ ਨਹੀਂ ਲੰਘਣਾ। ਤਾਂ ਭਾਈ ਰਜਬ ਬੱਟ ਬੜੀ ਗੱਲ ਆ। ਭਾਈ ਰਜਬ ਬੱਟ ਲੱਖ ਮੁਬਾਰਕਾਂ ਹੋਣ, ਤੁਹਾਡਾ ਵਿਆਹ ਬਹੁਤ ਵਧੀਆ ਹੋਇਆ। ਨਜ਼ਰੇ ਬਦ ਤੋਂ ਬਚੋ। ਔਰ ਕੰਮ ਖਰਾਬ ਵੀ ਆਪਣੇ ਬੰਦੇ ਕਰਦੇ ਆ। ਸੁਣਿਆ ਕਿਸੇ ਅੰਦਰ ਵਾਲੇ ਬੰਦੇ ਨੇ ਜਾ ਕੇ ਇਤਲਾਹ ਦਿੱਤੀ ਹੈ ਕਿ ਇਹਨਾਂ ਕੋਲ ਸ਼ੇਰ ਆ ਤੇ ਉਹਦਾ ਲਾਇਸੈਂਸ ਨਹੀਂ ਹੈਗਾ। ਤਾਂ ਹੋਰ ਨਾਜ਼ਰੀਨ, ਵਿਆਹ ਜਿਹਦਾ ਵੀ ਹੋਵੇ ਵਿਆਹ ਹੁੰਦਾ ਹੀ ਚੰਗਾ। ਤਾਂ ਭਾਈ ਰਜਬ ਬੱਟ ਦੀ ਸ਼ਾਦੀ ਤਾਂ ਇਦਾਂ ਦੀ ਹੋਈ ਕਿ ਲੋਕਾਂ ਨੂੰ ਕਈ ਸਾਲ ਯਾਦ ਰਹੇਗੀ। ਤਾਂ ਬਹੁਤ ਅੱਛੀ ਗੱਲ ਆ, ਤੁਹਾਨੂੰ ਇੱਕ ਅੱਛੀ ਬੀਵੀ ਮਿਲੀ ਆ ਔਰ ਤੁਸੀਂ ਆਪ ਵੀ ਬਹੁਤ ਵਧੀਆ ਬੰਦੇ ਹੋ। ਤੇ ਨਾਜ਼ਰੀਨ ਕਿੱਦਾਂ ਦਾ ਲੱਗਾ ਤੁਹਾਨੂੰ ਸਾਡਾ ਫਨਕਾਰੀਆਂ? ਜੇ ਚੰਗਾ ਲੱਗਾ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਸਲਾਮਤ ਰਹੋ ਤੇ ਵੇਖਦੇ ਰਹੋ ਫਨਕਾਰੀਆਂ।